इस तरह के वडमुले विचार सरवण करने साडा चैनल सबसक्राइब करो तो नाल लगे बैल आइकन भी जरूर दबा दो ताकि तुसीं हरेक वीडियो सब तो पहले देख सको। ਜਿਹੜਾ ਕਸ਼ਹਿਰੇ ਪਾੜ ਜਾਂਦੇ ਉਹਦੇ ਹੀ ਪੋਚਾ ਬਣਾ ਲੈਂਦੇ ਕਸ਼ਹਿਰੇ ਪਾੜੇ ਚਲੋ ਇਹ ਪੋਚਾ ਆਪਣਾ ਦਰਵਾਜ਼ਾ ਸਾਫ਼ ਕਰ ਲਓ, ਇਹਦੇ ਨਾਲ ਆਹ ਸਾਫ਼ ਕਰ ਲਓ, ਗੱਡੀਆਂ ਹੀ ਸਾਫ਼ ਕਰ ਲਓ। ਉਹ ਇਦਾਂ ਨਾ ਕਰੋ। ਪੰਜ ਕਕਾਰਾਂ ਦਾ ਇੰਨਾ ਸਤਿਕਾਰ ਕਰੋ, ਕਸ਼ਹਿਰਿਆਂ ਦਾ ਸੰਸਕਾਰ ਕਰ ਦਿਆ ਕਰੋ। ਮੇਰੇ ਕੋਲ ਕਈ ਚੀਜ਼ਾਂ ਨੇ ਉਹ ਮੈਂ ਫਿਰ ਕਈ ਸੰਗਤ 'ਚ ਨਹੀਂ ਸੁਣਾਉਂਦਾ, ਕਈ ਗੱਲਾਂ ਸੁਣਾਉਣ ਵਾਲੀਆਂ ਨਹੀਂ। ਵੈਸੇ ਇੱਕ ਇਸ਼ਾਰਾ ਕਰਨਾ, ਇੱਕ ਸਿੰਘ ਸੀਗਾ 15 ਘੰਟੇ ਅਭਿਆਸ ਕਰਦਾ ਸੀ ਰੋਜ਼। ਉਹ 15 ਘੰਟੇ ਦਾ ਅਭਿਆਸੀ ਸੀ, ਪਰ ਹੈਗਾ ਸੀ ਉਹ ਸਿੰਗਾਪੁਰ। ਉਹ ਗਲਤੀ ਕਰਦਾ ਸੀ ਪਰ ਉਹਨੂੰ ਇਹ ਪਤਾ ਨਹੀਂ ਸੀ ਇਹ ਗਲਤੀ ਹੈ। ਇੰਨਾ ਜਾਣੀ ਉਹ ਸਿੱਧਾ ਸਾਦਾ ਬੰਦਾ ਸੀ, ਬਾਹਰਲੇ ਥੋੜੇ ਹੁੰਦੇ ਵੀ ਸਿੱਧੇ ਸਾਦੇ ਹੀ ਆ। ਉਹ ਆਪਣੇ ਕਕਾਰ ਲਾ ਕੇ ਸਾਰੇ ਹੀ ਮੰਜੇ ਤੇ ਰੱਖ ਕੇ ਫਿਰ ਲੈਟਰਨ ਵਗੈਰਾ ਜਾਂਦਾ ਸੀ। ਕਿੰਨੇ ਸਾਲ ਉਹ ਇਹ ਗਲਤੀ ਕਰਦਾ ਰਿਹਾ। ਫਿਰ ਮਹਾਰਾਜ ਨੇ ਇੱਕ ਸਿੰਘ ਨੂੰ ਕਿਹਾ, ਫੌਜਾਂ ਨੇ ਕਿਹਾ, ਕਹਿੰਦੇ ਉਹਨੂੰ ਹਟਾ ਕੇ ਆ, ਉਹ ਜਿੰਨੀ ਕਮਾਈ ਕਰਦਾ ਉਹ ਰਿੱਧੀਆਂ ਸਿੱਧੀਆਂ ਤਾਂ ਆ ਗਈਆਂ ਉਹਦੇ ਕੋਲੇ, ਪਰ ਉਹ ਮਨ ਨਹੀਂ ਟਿਕਿਆ ਉਹਦਾ। ਜਦ ਸਿੰਘ ਦੀ ਡਿਊਟੀ ਲੱਗੀ, ਸਿੰਘ ਗਿਆ ਉੱਥੇ ਜਾ ਕੇ ਜਦੋਂ ਉਹਨੂੰ ਸਮਝਾਇਆ ਉਹ ਮੰਨੇ ਨਾ, ਫਿਰ ਖੈਰ ਮੰਨ ਗਿਆ। ਕਹਿੰਦਾ ਮੈਂ ਚਾਹੁੰਦਾ ਵੀ ਕਕਾਰਾਂ ਨੂੰ ਮੈਂ ਲੈਟਰਨ ਵਿੱਚ ਵੀ ਲੈ ਕੇ ਨਹੀਂ ਜਾਣਾ ਨਾਲ, ਵੀ ਮੇਰੇ ਪਿਤਾ ਜੀ ਦੇ ਕਕਾਰ ਬਖਸ਼ੇ ਹੋਏ। ਇੰਨੇ ਸਤਿਕਾਰਵਾਜ। ਉਹਦੀ ਸਿੰਘਣੀ ਕਹਿੰਦੀ ਪਤਾ ਨਹੀਂ ਕਿੱਥੋਂ ਪੈਸਾ ਆਉਂਦਾ, ਪਤਾ ਨਹੀਂ ਕੀ ਕਿੱਥੋਂ ਆਉਂਦਾ। ਕਹਿੰਦੀ ਘਰ ਦੇ ਵਿੱਚ ਇੰਨਾ ਬਖਸ਼ਿਸ਼ ਹੈ। ਜਦੋਂ ਉਹ ਸਿੰਘ ਨੂੰ ਕਕਾਰ ਅਰਦਾਸ ਕਰਕੇ ਪਹਿਨਾ ਤੇ ਵੀ ਲੈ ਵੀ ਸਿੰਘਾ ਬੇਅਦਬੀ ਨਹੀਂ ਕਰਨੀ, ਇਹ ਤਾਂ ਬੇਅਦਬੀ ਆ। ਸਮਕਾ ਤੂੰ ਬੇਅਦਬੀ ਕਰਦਾ। 4 ਦਿਨ ਦੇ ਵਿੱਚ ਜਿੱਥੇ ਉਹ ਜਾਣਾ ਚਾਹੁੰਦਾ ਸੀ ਅਵਸਥਾ 'ਚ ਉੱਥੇ ਚਲਾ ਗਿਆ। ਕਹਿੰਦਾ ਜੀ ਹੁਣ ਮੈਨੂੰ ਪਤਾ ਲੱਗਿਆ, ਸਿੰਘ ਤਾਂ ਇਹੋ ਜਿਹੇ ਬੈਠੇ ਨੇ, ਕੜੇ ਆ ਘਰਾਂ 'ਚ ਰੁਲਦੇ ਆ, ਕਿਰਪਾਨਾਂ ਉਹ ਰੁਲਦੀਆਂ ਨੇ, ਕਿਤੇ ਕੋਈ ਸ਼ਸਤਰ ਉਹ ਰੁਲਦਾ, ਕਿਤੇ ਕਸ਼ਹਿਰੇ ਥੋੜੇ ਰੁਲਦੇ ਰਹਿੰਦੇ ਨੇ। ਜੇ ਪੀਲਾ ਪਟਕਾ ਹੁਣ ਦੇਖਿਆ ਵੀ ਕੰਮ ਦਾ ਨਹੀਂ, ਚਲੋ ਜੀ ਇਹ ਨਾਲ ਸਾਫ਼ ਕਰਨਾ। ਪੀਲਾ ਤੇ ਨੀਲਾ ਰੰਗ। ਇੱਕ ਵਾਰੀ ਇੱਕ ਸਿੰਘ ਸੀ, ਉਹਨੇ ਨੀਲੇ ਰੰਗ ਦਾ ਤੌਲੀਆ ਲਿਆਂਦਾ। ਜਦੋਂ ਮੈਂ ਉਹਨੂੰ ਮਿਲਣ ਗਿਆ, ਕਹਿੰਦਾ ਗਿਆਨੀ ਜੀ ਤੌਲੀਆ ਤੁਸੀਂ ਲੈ ਜਾਓ, ਨੀਲਾ ਨਵਾਂ ਹੀ ਲਿਆਂਦਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੈਨੂੰ ਬਹੁਤ ਝਿੜਕਾਂ ਪਈਆਂ। ਮੈਂ ਕੀ ਕਿਹੜੀ ਗੱਲੋਂ ਝਿੜਕਾਂ ਪੈ ਗਈਆਂ ਤੌਲੀਏ ਨਵੇਂ ਤੋਂ? ਕਹਿੰਦਾ ਫੌਜਾਂ ਕਹਿੰਦੀਆਂ ਓਏ ਸਾਡਾ ਨੀਲਾ ਬਾਣਾ ਹੈ, ਇਹ ਨੀਲਾ ਰੰਗ ਸਾਡਾ ਹੈ, ਤੂੰ ਹੁਣ ਥਾਂ ਕਿਥਾਂ ਮਲੇਗਾ? ਨੀਲੇ ਰੰਗ ਦੀ ਬੇਅਦਬੀ ਕਰੇਗਾ ਤੂੰ? ਕਈ ਆਹ ਜਿਹੜਾ ਨਿਸ਼ਾਨ ਸਾਹਿਬ ਦਾ ਚੋਲਾ, ਇਹ ਵੀ ਸਾਡਾ ਰੰਗ ਹੈ ਸਾਧ ਸੰਗਤ। ਇਸ ਕਰਕੇ ਜਿਹੜੇ ਚਾਰੇ ਰੰਗ ਖਾਲਸੇ ਨੂੰ ਬਖਸ਼ਿਸ਼ ਕੀਤੇ ਨੇ, ਇਹਨਾਂ ਦੇ ਵਿੱਚ ਹਮੇਸ਼ਾ ਸਤਿਕਾਰ, ਕਕਾਰਾਂ ਦਾ ਸਤਿਕਾਰ ਰੱਖਣਾ। ਇਹ ਵੀ ਤੁਹਾਡੀਆਂ ਕਮੀਆਂ ਨੇ, ਜਿਹੜੀਆਂ ਕਮੀਆਂ ਨੂੰ ਮੈਂ ਦੱਸ ਰਿਹਾ ਉਹਨਾਂ ਨੂੰ ਪੂਰੀਆਂ ਕਰੋ, ਆਪਣੀਆਂ ਕਮੀਆਂ ਨੂੰ ਦੂਰ ਕਰੋ। 10ਵੇਂ ਪਾਤਸ਼ਾਹ ਮਹਾਰਾਜ ਨੂੰ ਸਿੰਘ ਕਹਿੰਦੇ, ਮਹਾਰਾਜ ਕਹਿੰਦੇ ਬੋਲੋ ਕਿੱਥੇ ਤੀਰ ਮਾਰੀਏ? ਕਹਿੰਦੇ ਉਹ ਦਰਖਤ ਨੂੰ ਮਾਰੋ। ਮਹਾਰਾਜ ਨੇ ਉੱਥੇ ਮਾਰ ਦੇਣਾ। ਇੱਕ ਸਿੰਘ ਕਹਿੰਦਾ ਮਹਾਰਾਜ ਅਸੀਂ ਤਾਂ ਨਹੀਂ ਮਾਰ ਸਕਦੇ, ਤੁਹਾਡੇ ਤਾਂ ਸ਼ਕਤੀ ਆ ਜੀ, ਤੁਸੀਂ ਸ਼ਕਤੀ ਨਾਲ। ਮਹਾਰਾਜ ਕਹਿੰਦੇ ਨਹੀਂ, ਸ਼ਕਤੀ ਨਹੀਂ ਮੈਂ ਵਰਤੀ। ਕਹਿੰਦੇ ਜੇ ਸ਼ਕਤੀ ਨਾਲ ਤੀਰ ਛੱਡਦਿਆਂ ਨਾ ਬ੍ਰਹਿਮੰਡ ਫਨਾਹ ਹੋ ਜਾਊਗਾ, ਬ੍ਰਹਿਮੰਡ ਹੀ ਨਾਸ ਹੋ ਜੂ, ਸ਼ਕਤੀ ਨਾਲ ਨਹੀਂ ਮੈਂ ਤੀਰ ਛੱਡਦਾ। ਸ਼ਕਤੀ ਨਾਲ ਤਾਂ 2 ਤੀਰ ਛੱਡੇ ਸੀ ਚਮਕੌਰ ਦੀ ਗੜੀ 'ਚ। ਇੱਕ ਤੀਰ ਛੱਡਿਆ, ਮੂਹਰਲੀਆਂ ਕਤਾਰਾਂ ਹੀ ਖਤਮ ਕਰਤੀਆਂ ਤੁਰਕਾਂ ਦੀਆਂ। 2 ਛੱਡੇ ਭਾਈ ਦਇਆ ਸਿੰਘ ਹੋਣੀ ਕਹਿੰਦੇ ਮਹਾਰਾਜ ਐ ਨਾ ਕਰੋ, ਇਹ ਤਾਂ ਸ੍ਰਿਸ਼ਟੀ ਓ ਨਾਸ ਹੋ ਜੂਗੀ। ਇੰਨੇ ਵੀਰ ਰਸ 'ਚ ਆ ਗਏ ਸੀ ਮਹਾਰਾਜ। ਇਸ ਕਰਕੇ ਸਾਧ ਸੰਗਤ, ਮਹਾਰਾਜ ਕਹਿੰਦੇ ਅਸੀਂ 4 ਸਾਲ ਦੀ ਉਮਰ 'ਚ ਪਟਨਾ ਸਾਹਿਬ ਗੁਲੇਲਾ ਚਲਾਉਣ ਲੱਗ ਪਏ ਸੀ। ਕਹਿੰਦੇ ਮੇਰਾ ਬਚਪਨ ਤੋਂ ਲੈ ਕੇ ਨਿਸ਼ਾਨਾ ਪੱਕਿਆ, ਜਿੱਥੇ ਮਰਜ਼ੀ ਤੀਰ ਮਰਵਾ ਲਓ। ਮਹਾਂਪੁਰਖ ਕਹਿੰਦੇ ਮੈਂ ਤੀਸਰੀ ਕਲਾਸ ਵਿੱਚ ਸੀ ਉਦੋਂ, ਜਦੋਂ ਮੈਂ 8 ਸਾਲ ਦੀ ਉਮਰ ਸੀ, ਤੇ ਅੱਜ ਮੇਰੀ ਉਮਰ ਦੇਖ ਲੈ ਕਿੰਨੀ ਹੋ ਗਈ। ਮੈਂ ਪੁੱਛਿਆ ਸੀ ਇੱਕ ਵਾਰ, ਮੈਂ ਤੁਹਾਡਾ ਜਨਮ ਕਦੋਂ ਹੋਇਆ ਇਹ ਤਾਂ ਦੱਸ ਦਿਓ। ਪਿੰਡਾਂ ਦੀਆਂ ਗੱਲਾਂ ਹਾਸੇ ਵਾਲੀਆਂ। ਕਹਿੰਦੇ ਮੈਂ ਬੇਬੇ ਨੂੰ ਪੁੱਛਿਆ ਸੀ ਮੇਰਾ ਜਨਮ ਕਦੋਂ? ਬੇਬੇ ਕਹਿੰਦੀ ਹੱਲਿਆਂ ਵੇਲੇ ਗੋਦੀ ਸੀ ਤੂੰ। ਮੈਂ ਕਿਹਾ ਇਹ ਕੋਈ ਤਰੀਕ ਹੈ? ਹੱਲਿਆਂ ਵੇਲੇ ਗੋਦੀ ਕੀ ਹੋਈ? 47 'ਚ ਗੋਦੀ ਸੀ। ਉਹ ਤਾਂ ਫੇਰ ਬਾਅਦ 'ਚ ਖੋਜ ਹੋਈ ਵੀ ਇਹ ਤਾਂ 1946 12 ਫਰਵਰੀ ਨੂੰ ਉਹਨਾਂ ਦਾ ਜਨਮ ਹੋਇਆ। ਸੋ ਇਸ ਕਰਕੇ ਉਹ ਕਹਿੰਦੇ ਮੈਂ ਅੱਜ ਇੰਨੀ ਉਮਰ 'ਚ ਜਾ ਕੇ ਹੁਣ ਇਹ ਹੌਲੀ ਹੌਲੀ ਵਧਾਉਂਦਾ ਇੱਥੇ ਆ ਗਿਆ।
बड़िया चीज़ां पुछदे रहना, क्यों कल्ले बैठे होना, पुछी जाना। कहने मैं पिंड 22 घंटे खेतां 'च काम कीता, नाल 151 पाठ करदा सी। मैं कहा थकदे नहीं सी? 22 घंटे कही दा काम करना तो बड़ा औखा। फिर मैनूं हस के कहना वो कराउण वाले भी आ जांदे सी, वो कराई भी जांदे हुंदे सी नाल। मैं कहा वो कौन? कहंदे फौजां, शहीद सिंह नाल काम कराई जांदे हुंदे सी। साध संगत जी तुसीं इन्ने पाठ कर लो, तुहाडे कोल आ जाणगे। हथ खड़े तो मसां ही जपजी साहब, एक जपजी साहब ते मसां रो रो के हथ खड़ा कीता है। ये एक करोगे एक जिन्नी पावर आऊगी, 5 करोगे तो चलो। अज आपां एक काम करदे हां, बेनती प्रवान कर लो। 5 जपजी साहब हुण जिन्ने जने आए हो ना, तुसीं रोज 5 जपजी साहब सारे ने करने हैं। मंजूर है तो जकारा छड़ दो मेरा। सत श्री अकाल। साध संगत जी औखे नहीं है, जे मन बना लो ना। ये एक चीज हुंदी, एकांत विच बड़े सोहणे हुंदे। रात नूं बैठ जाओ, दिने नहीं हुंदे। दिने तो फोन आ गया, बैल मारती, आह काम हो गया, कोई मिलण आ गया। ऐन रात नूं टिकवीं रात विच 25 जपजी साहब 2 घंटे च हो जांदे। चल तुहाडे 3 च हो जाणगे, ते 5 पाठां नूं किहड़ा टाइम लगदा? 5 पाठ आराम नाल बोल के 1 घंटे च, सवा घंटे च 5 पाठ। ये नहीं कई लोग करनगे, जे 10 कि दिनां नूं मिल पिया तुहाडे च कोई, वो गल जी नहीं बनी। वो नहीं, गल नहीं बननी इदां। पिंड वालों नूं मैं समझाउणा हुंदा, आ कणक हुण इन्नी इन्नी दिखदी है ना तुहानूं, ये कदों बीजी सी? कहंदे इहनूं तां इन्ने महीने हो गए। कणक नूं बीजण तो तीजे चौथे दिन नूं माड़ी जी दिखदी हुंदी है, ते 6 महीनਿਆਂ बाद पक के फसल सामने आउंदी है। तुसीं जपजी साहब दे 5 पाठ 6 महीने तक करो। बड़ा बजट पहलां ही रखो। जिन्हां ने, एक बंदा कल मैनूं फोन करके कहंदा ਇਹ जी ब्रह्म ज्ञान जे लैना होवे। मैं कहा बाबा बस कर, छोटा मुंह बड़ी बात, तू ब्रह्म ज्ञान बस कर हुण। मैं कहा ब्रह्म ज्ञानी की धूड़ मिल जाए ना, ब्रह्म ज्ञानी का दर्श बड़भागी पाई है। मैं तो इन्ने नूं ही बड़े बड़े भाग समझदा। साध संगत ब्रह्म ज्ञानी बनना, लोकी हरेक नूं ही लिख दिंदे आ ਇਹ ब्रह्म पूर्ण, अज होर अखर लाता पूर्ण ब्रह्म ज्ञानी। ਜਿਹੜਾ ਲਿਖਣ ਵਾਲਾ ਉਹਨੂੰ ਪੁੱਛੇ ਵੀ ਇਹ ਪੂਰਨ ਬ੍ਰਹਮ ਗਿਆਨੀ ਤੈਨੂੰ ਕਿਵੇਂ ਪਤਾ ਲੱਗਿਆ? ब्रह्म ज्ञानी की गत ब्रह्म ज्ञानी जानना। ये तो ब्रह्म ज्ञानी नहीं पता कि यह ब्रह्म ज्ञानी है, दूजा तो पछाण ही नहीं सकता कि यह ब्रह्म ज्ञानी है। मैं हंसाली वाले महापुरख सचखंड वासी, उन्हों की संगत बड़े साल की, 1987 तो लैके मैं उन्होंने कोल जा रहा। बाबा हरनाम सिंह जी रामपुर खेड़े वाले ने 9 साल संगत की है। बाबा जी कोल जदों मैं पहले दिन गया हंसाली, मैं जाके मैनू किसी ने दस्या सी कि महापुरखों कोल जाइए तो तुर के जाइए। थोड़ा जा पटियाले मैं एक दस्तार लई, F74 मलमल बंधे सी, वो 5 किलोमीटर मैं तुर के गया। फिर गड्डी च बैठे, फिर हंसाली तो 1 किलोमीटर उतर के फिर तुर के गए। मेरे जांदे नूं बाबा जी ने किते जाना सी, तैयार बैठे सी सोटा लैके, देखी जान बार बार। ਸਿੰਘਾਂ ने दस्या बाद च कहते काफ़ी देर दे तैयार होकर बैठे, देखी जाते हैं भी जिवें किसी की उड़ीक कर रहे होंदे आ। मैं गया, कहते आ गए भाई? मैं कहा हाँ जी। दस्तार मेरी फड़ी तो अपनी वो ला के रखती, वो बन ली मेरी। महापुरख ब्रह्म ज्ञानी कोल जाना। मैं दोबारा असीं फिर जदों गए, मैं क्या भी अज परख लैनी है भी जे ये अंतरजामी ने तो मेरे दिल की गल दसन। असी 5-4 जाने सी, महापुरख केसी इशनान करके वड्डा सराहना ला के पलंग ते बैठे, अखां बंद ने, चेहरा परे नूं है। पटियाले दी 3-4 संगत मेरे नाल कहते भाई ब्लू स्टार च कौन रहा तुहाडे चों? मैं खड़ा हो गया, मैं जी मैं रहा। कहते संतां बारे की ख्याल है? मैं जी तो तुहानूं ही पता। कहते उन्हां दी अवस्था किन्नी क वड्डी सी? मैं महाराज असीं की जाणीए, इस तां अणजाण बच्चे हैं। एक गल याद रखो, जे कोई पूर्ण पुरख मिल जाए तो उत्थे दम गजे नहीं मारी ते हाँ जी मैनूं पता जी कदे नहीं कहीदा।
ਉੱਥੇ ਹਮੇਸ਼ਾ ਉਹਨਾਂ ਨੂੰ ਕਹੀਦਾ ਮਹਾਰਾਜ ਸਾਡੀ ਤਾਂ ਬੁੱਧੀ ਥੋੜੀ ਹੈ ਜੀ, ਸਾਨੂੰ ਤਾਂ ਪਤਾ ਤੇ ਮੈਨੂੰ ਸੀਗਾ ਅਵਸਥਾ ਦਾ। ਮੈਨੂੰ ਕਹਿੰਦੇ 7ਵੀਂ ਭੂਮਿਕਾ ਦੇ ਮਾਲਕ ਸੀਗੇ ਉਹ, 7ਵੀਂ ਭੂਮਿਕਾ ਦੇ ਮਾਲਕ ਸੀ ਮਹਾਂਪੁਰਖ। ਕਹਿੰਦੇ ਪਰ ਦੁਨੀਆ ਨੇ ਭਾਈ ਪਛਾਣੇ ਨਹੀਂ ਉਹ। ਮੈਂ ਕਿਹਾ ਇਹ ਤਾਂ ਹਾਂ ਮਹਾਰਾਜ, ਇਹ ਤਾਂ ਗੱਲ ਠੀਕ ਹੈ। 7 ਭੂਮਿਕਾ ਹੁੰਦੀਆਂ ਬ੍ਰਹਮ ਗਿਆਨ ਦੀਆਂ। ਸੁਭ ਇੱਛਾ ਸੁਭ ਵਿਚਾਰਨਾ ਤਨੂ ਮਾਨਸਾ ਸਤਵਾ ਪਦ ਅੰਸ਼ ਸਖਤ ਪਦਾਰਥਾ ਭਾਵਨੀ। ਅੱਗੇ ਆਉਂਦੀ ਹੈ 7ਵਾਂ ਪਦ ਕਿਹੜਾ ਆਉਂਦਾ? ਤੁਰੀਆ ਅਵਸਥਾ। ਤੁਰੀਆ ਅਵਸਥਾ ਸਤਿਗੁਰ ਤੇ ਹਰ ਜਾਨ। ਪਿੱਛੇ ਜੇ ਇੱਕ ਮਹਾਂਪੁਰਖਾਂ ਦੇ ਜੋੜ ਮੇਲੇ ਤੇ ਗਏ, ਉਹ ਕਹਿੰਦੇ ਥੋੜੀ ਜਿਹੀ ਕਥਾ ਹਾਈ ਲੈਵਲ ਤੇ ਸੁਣਾ ਦਿਓ। ਮੈਂ ਕਿਹਾ ਜੀ 7 ਬਚਨ ਸੰਗਤ ਤੁਹਾਡੀ ਕੈਚ ਕਰ ਲੂ ਇਹਨਾਂ ਚੀਜ਼ਾਂ ਨੂੰ। ਮੈਂ 7 ਭੂਮਿਕਾ ਬ੍ਰਹਮ ਗਿਆਨ ਦੀਆਂ ਸੁਣਾਈਆਂ, 2 ਦਿਨ ਲੱਗੇ, ਸੰਨ ਹੋ ਗਏ ਸਾਰੇ। ਕਿਆ ਬਾਤ ਹੈ। ਕਹਿੰਦੇ ਅਸੀਂ ਕਦੇ ਸੁਣੀਏ ਨਹੀਂ ਬ੍ਰਹਮ ਗਿਆਨ ਹੁੰਦਾ ਕੀ। ਇਸ ਕਰਕੇ ਉਹ 7ਵੀਂ ਭੂਮਿਕਾ ਦਾ ਮਾਲਕ ਜਦੋਂ ਹਜੂਰ ਸਾਹਿਬ 1974 ਚ ਪਹਿਲੀ ਵਾਰ ਸਾਧ ਸੰਗਤ 75 ਦੀ ਗੱਲ ਹੈ ਜਦ ਦਰਸ਼ਨ ਹੋਏ ਮਹਾਂਪੁਰਖਾਂ ਨੂੰ, ਮਾਤਾ ਸਾਹਿਬ ਕੌਰ ਜੀ ਦੀ ਫੋਟੋ ਉਹਨਾਂ ਤੋਂ ਹੀ ਪੁੱਛ ਕੇ ਬਣਾਈ ਸੀ ਮੈਂ। ਕਲਗੀਧਰ ਮਹਾਰਾਜ ਨਾਲ ਬਚਨ ਵੀ ਹੋਏ ਸੀ। ਸਾਨੂੰ ਨਹੀਂ ਰਾਤ ਨੂੰ ਪਤਾ ਲੱਗੇ ਤਾਂ ਸੌਂ ਗਏ ਸੀ। ਸਵੇਰੇ ਮੈਂ 3 ਕੁ ਮਹੀਨਿਆਂ ਬਾਅਦ ਮੈਨੂੰ ਦੱਸਿਆ ਵੀ ਦਰਸ਼ਨ ਹੋਏ ਸੀ। ਮੈਂ ਕਿਹਾ ਤੁਸੀਂ ਕੀ ਮੰਗਿਆ ਮਹਾਰਾਜ ਤੋਂ? ਕਹਿੰਦੇ ਮੈਂ ਤੁਹਾਨੂੰ ਕਿਸੇ ਨੂੰ ਦਰਸ਼ਨ ਹੋਣਗੇ ਨਾ, ਤੁਸੀਂ ਦੁਨਿਆਵੀ ਲੋਕ ਹੋ, ਤੁਸੀਂ ਗ੍ਰਸਤੀ ਹੋ, ਤੁਸੀਂ ਮਹਾਰਾਜ ਤੋਂ ਦੁਨਿਆਵੀ ਉਹ ਗੱਲਾਂ ਮੰਗੋਗੇ। ਮਹਾਰਾਜ ਪੈਸਿਆਂ ਦਾ ਬੜਾ ਔਖਾ, ਤੁਹਾਡਾ ਪਹਿਲਾ ਹੀ ਪ੍ਰਸ਼ਨ ਇਹ ਹੋਣਾ। ਨਿਆਣੇ ਨਹੀਂ ਆਖੇ ਲੱਗਦੇ, ਉਹ ਨਹੀਂ ਹੁੰਦਾ, ਨਹੀਂ ਹੁੰਦਾ। ਸੰਤਾਂ ਨੇ ਕੀ ਮੰਗਿਆ? ਸੰਤ ਜਰਨੈਲ ਸਾਹਿਬ ਨੇ ਕੀ ਮੰਗਿਆ 10ਵੇਂ ਪਾਤਸ਼ਾਹ ਤੋਂ? ਕਹਿੰਦੇ ਮਹਾਰਾਜ ਨੂੰ ਕਹਿਣ ਲੱਗੇ ਮੈਨੂੰ ਅਬਿਨਾਸੀ ਦਰਸ਼ਨਾਂ ਦੀ ਦਾਤ ਬਖਸ਼ੋ। ਅਸੀਂ ਵੀ ਹੁਣ ਮਾੜੇ ਮੋਟੇ ਪੜ੍ਹਦੇ ਸੀ, ਕਥਾ ਸਿੱਖਦੇ ਸੀ। ਮੈਂ ਕਿਹਾ ਉਦੋਂ ਅਸੀਂ ਏਦਾਂ ਹੀ ਬੋਲ ਲੈਂਦੇ ਸੀ। ਮੈਂ ਕਿਹਾ ਯਾਰ ਇਹ ਪਹਿਲੀ ਵਾਰ ਸੁਣਿਆ ਅਬਿਨਾਸੀ ਦਰਸ਼ਨ ਕੀ ਹੁੰਦੇ ਆ। ਕਹਿੰਦੇ ਜर्रे जर्रे ਚ ਉਹਦਾ ਪ੍ਰਕਾਸ਼ ਦਿਖਣਾ ਮੰਗਿਆ ਮੈਂ। रूह हर दर जिस्म गुरु गोबिंद सिंह मंगया मैं। बड़ी वड्डी चीज मंगी, पहली बार सुनिया विनासी दर्शन। नास नहीं हुंदे जेड़े। 1980 च तुसीं कलेरा तो आए, कलेरी महापुरखों के स्थान ते गए, बस दे विच बैठिया सारे सिंघां नूं पिछे भेजता, मैनूं कहंदे गल करनी तेरे नाल। मैं कहा दसो। ਕੰਨ 'ਚ मेरे कहंदे वो अवस्था मिल गई है। मैं कहा बधाइयां। ਇਹ 1980 ਵਿੱਚ ਜर्रे जर्रे ਵਿੱਚ ਸਾਰੀ ਮਿੱਟੀ ਦੇ ਕਿਣਕਿਆਂ ਤੱਕ ਵੀ ਪ੍ਰਕਾਸ਼ ਹੀ ਪ੍ਰਕਾਸ਼ ਦਿਖਣ ਲੱਗ ਪਿਆ ਸੀ। ਅਵਸਥਾ ਤਾਂ ਬਹੁਤ ਵੱਡੀ ਸੀ। ਮੈਂ ਬਾਹਰਲੇ ਦੇਸ਼ਾਂ 'ਚ ਕਈ ਦੇਸ਼ਾਂ 'ਚ ਸੁਣਾਈਆਂ ਵੀ, ਲੋਕ ਮੈਨੂੰ ਮਖੌਲ ਕਰਨ ਲੱਗ ਪਏ ਉਲਟਾ। ਮੈਂ ਸੋਚਿਆ ਉਹ ਮਨਾ ਆਪਾਂ ਕਿੱਥੇ ਗਲਤ ਥਾਂ ਆ ਗਏ, ਇਹਨਾਂ ਨੂੰ ਕਾਹਨੂੰ ਦੱਸਣਾ ਸੀ ਕਮਲਿਆਂ ਨੂੰ। ਇਹਨਾਂ ਨੂੰ ਕੀ ਅਵਸਥਾ ਕੀ ਹੁੰਦੀ ਹੈ? ਇਹ ਬੰਦਗੀ ਵਾਲਿਆਂ ਨੂੰ ਦੱਸੀ ਦੀਆਂ ਚੀਜ਼ਾਂ। ਸਾਧ ਸੰਗਤ ਜੀ ਉਹ ਅਵਸਥਾ ਬਣੀ। ਫਿਰ ਮੈਂ ਕੁਐਸਚਨ ਕੀਤਾ, 1983 ਦੀ ਗੱਲ ਹੈ। ਮੈਂ ਕਿਹਾ ਤੁਸੀਂ ਕਹਿੰਦੇ ਹੋ ਜर्रे जर्रे 'ਚ ਮੈਨੂੰ ਦਿਖਦਾ, ਤੇ ਆਹ ਕੀ ਹੋ ਰਿਹਾ? ਆਹ ਜਿਹੜਾ ਕਾਰਜ ਹੋ ਰਹੇ ਨੇ। ਕਹਿੰਦੇ ਇਹ ਵੀ ਸੁਣ ਲੈ, ਜਦੋਂ ਬਖਸ਼ਿਸ਼ ਹੋਣ ਤੋਂ ਬਾਅਦ ਫਿਰ ਡਿਊਟੀ ਲੱਗਦੀ ਹੈ ਇੱਕ। ਕਹਿੰਦੇ ਜਿਵੇਂ 10ਵੇਂ ਪਾਤਸ਼ਾਹ ਤੇ ਬਖਸ਼ਿਸ਼ ਹੋਈ, ਦੁਆ ਤੇ ਏਕ ਰੂਪ ਹਵੈ ਗਇਓ, ਫਿਰ ਕਿਹਾ ਜਾ ਪ੍ਰਚਾਰ ਕਰ, ਦੁਸ਼ਟਾਂ ਦਾ ਨਾਸ ਕਰ, ਧਰਮ ਨੂੰ ਉਬਾਰ ਨਾ ਕਰ। ਕਹਿੰਦੇ ਆਹ ਬਾਪੂ ਦੀ ਉਹ ਸ੍ਰੀ ਸਾਹਿਬ ਵਾਲੀ ਫੋਟੋ ਲੱਗੀ ਹੋਈ ਸੀ ਉੱਥੇ। ਕਹਿੰਦਾ ਬਾਪੂ ਕਹਿੰਦਾ ਮੈਂ ਕੁਛ ਨਹੀਂ ਕਰਦਾ, ਮੇਰੀ ਕੋਈ ਇੱਛਾ ਨਹੀਂ, ਮੈਨੂੰ ਤਾਂ ਸਾਰੇ ਉਹੀ ਦਿਖਦਾ। ਕਹਿੰਦੇ ਜਦੋਂ ਉਹ ਡਿਊਟੀ ਲਾ ਦਿੰਦੇ ਉਹ ਕਰਨੀ ਪੈਂਦੀ। ਇਸ ਕਰਕੇ ਕਈਆਂ ਦੇ ਮਨਾਂ 'ਚ ਭੁਲੇਖਾ ਆਉਣਾ। ਹੁਣ ਬਾਅਦ ਵਿੱਚ ਜਦੋਂ ਮੈਂ ਸਾਰੀ ਦੁਨੀਆ ਨੂੰ ਉਹਨਾਂ ਦੀ ਅਵਸਥਾ ਦਾ ਜ਼ਿਕਰ ਕਰਦਾ ਤਾਂ ਲੋਕੀ ਹੁਣ ਪਛਤਾਉਂਦੇ ਆ। ਜਿਵੇਂ ਹੁਣ ਕਈਆਂ ਦੇ ਫੋਨ ਆਏ, ਇੱਥੋਂ ਵੀ ਆਏ, ਬਾਹਰੋਂ ਵੀ ਆਏ। ਕੀ ਫੋਨ ਆਏ? ਕਹਿੰਦੇ ਅਸੀਂ ਹੰਸਾਲੀ ਵਾਲੇ ਸੰਤਾਂ ਦੇ ਦਰਸ਼ਨ ਕਰਨੇ ਸੀ, ਬੜਾ ਘਾਟਾ ਪੈ ਗਿਆ। ਤੁਹਾਨੂੰ ਮੈਂ ਇੰਨੇ ਸਾਲਾਂ ਦਾ ਦੱਸੀ ਜਾਂਦਾ, ਉਹ ਬ੍ਰਹਮ ਗਿਆਨੀ ਦੇ ਦਰਸ਼ਨ ਕਰ ਲਓ, ਬ੍ਰਹਮ ਗਿਆਨੀ ਦੇ ਦਰਸ਼ਨ ਕਰ ਲਓ, ਤੁਸੀਂ ਕੀਤੇ ਨਹੀਂ। ਧੰਨ ਧੰਨ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਚਲੇ ਗਏ ਸਾਧ ਸੰਗਤ ਛੱਡ ਕੇ ਆਪਾਂ ਨੂੰ। ਬਾਬਾ ਮੀਹਾਂ ਸਿੰਘ ਜੀ, ਸੋ ਦੂਸਰੇ ਮਹਾਂਪੁਰਖ ਸਿਲੌੜੇ ਵਾਲੇ ਬਾਬਾ ਬਲਵੰਤ ਸਿੰਘ ਜੀ ਚਲੇ ਗਏ। ਫਿਰ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੇ ਚਲੇ ਗਏ।
ਇੱਕੋ ਸਾਲ ਦੇ ਵਿੱਚ 5 ਮਹਾਂਪੁਰਖ ਚਲੇ ਗਏ ਸੰਸਾਰ ਤੋਂ। 5 ਥੰਮ ਡਿੱਗ ਪਏ। ਸਾਧ ਸੰਗਤ ਜੀ, ਮਹਾਂਪੁਰਖਾਂ ਕੋਏ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ, ਥੰਮੈ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਜੇ ਧਰਤੀ ਖੜੀ ਹੈ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ,